ਸਿਆਸਤ, ਵਪਾਰ, ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਸ। ਸਤਿ ਸ਼੍ਰੀ ਅਕਾਲ ਜੀ। ਦੈਨਿਕ ਸਵੇਰਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਅਸੀਂ ਮੌਜੂਦ ਹਾਂ ਜਲੰਧਰ ਦੇ ਸ਼ਾਲੀਮਾਰ ਮਾਰਕੀਟਿੰਗ ਦੇ ਵਿੱਚ, ਜਿੱਥੇ ਸਾਡੇ ਨਾਲ ਮੌਜੂਦ ਨੇ ਜਸਕੀਰਤ ਸਿੰਘ ਜੀ। ਸਰ, ਸਭ ਤੋਂ ਪਹਿਲੀ ਚੀਜ਼ ਇਹ ਰਹੇਗੀ ਕਿ ਕੋਵਿਡ-19 ਦੇ ਆਉਣ ਨਾਲ ਪ੍ਰਾਈਵੇਟ ਸੈਕਟਰ ਨੂੰ ਤਾਂ ਇਫੈਕਟ ਪਿਆ ਹੈ, ਡੈਫੀਨੇਟਲੀ ਪਿਆ ਹੈ, ਪਰ ਟਰੇਡਰਸ ਜਿਹੜੇ ਨੇ, ਜਿਹੜੇ ਵਪਾਰ ਕਰਦੇ ਨੇ ਕਿਸੇ ਵੀ ਚੀਜ਼ ਦਾ, ਯੂ ਆਰ ਇਨਟੂ ਇਲੈਕਟ੍ਰੋਨਿਕਸ ਟ੍ਰੇਡਿੰਗ, ਤੇ ਕਿੰਨਾ ਕੁ ਇਫੈਕਟ ਹੋਈ ਹੈ ਇਹ ਇੰਡਸਟਰੀ, ਤੇ ਇਨਕਮ ਨੂੰ ਕਿੰਨਾ ਕੁ ਝਟਕਾ ਲੱਗਾ ਹੈ ਜਾਂ ਰੋਕ ਲੱਗੀ ਹੈ? ਸਤਿ ਸ਼੍ਰੀ ਅਕਾਲ ਜੀ। ਦੇਖੀਏ ਜੀ, ਪਹਿਲਾਂ ਤਾਂ ਸਭ ਤੋਂ ਜ਼ਿਆਦਾ ਜਿਹੜਾ ਇਫੈਕਟ ਆਇਆ ਜੀ, ਉਹ ਆਇਆ ਹੀ ਟ੍ਰੇਡਿੰਗ ਕਮਿਊਨਿਟੀ ਨੂੰ ਹੈ। ਬਿਕੋਜ਼ ਜੇ ਦੇਖਿਆ ਤਾਂ ਆਲ ਓਵਰ ਇੰਡੀਆ ਮੈਕਸਿਮਮ ਜਿਹੜੀ ਪਾਪੂਲੇਸ਼ਨ ਹੈਗੀ ਇੰਡੀਆ ਦੀ, ਉਹ ਟ੍ਰੇਡਿੰਗ ਕਮਿਊਨਿਟੀ ਆ। ਅਤੇ ਜੋ ਵੀ ਹਾਲੇ ਤੱਕ ਸਰਕਾਰ ਵੱਲੋਂ ਫੰਡਸ ਆਏ ਨੇ ਜਾਂ ਕੋਈ ਰਿਲੀਫ ਪੈਕੇਜ ਆਇਆ, ਉਹਦੇ ਵਿੱਚ ਟ੍ਰੇਡਰਸ ਨੂੰ ਲੈ ਕੇ ਕੋਈ ਵੀ ਮੈਂਸ਼ਨ ਨਹੀਂ ਕੀਤਾ ਗਿਆ। ਜੇ ਆਪਾਂ ਕੱਲ੍ਹ ਵਾਲੇ ਦੇਖ ਲਈਏ ਜੋ ਇਹਨਾਂ ਨੇ ਕੀਤਾ ਰਿਲੀਫ ਫੰਡ, ਅਤੇ ਉਹਦੇ ਵਿੱਚ ਵੀ ਟ੍ਰੇਡਿੰਗ ਕਮਿਊਨਿਟੀ ਨੂੰ ਲੈ ਕੇ ਕੋਈ ਮੈਂਸ਼ਨ ਨਹੀਂ ਕੀਤਾ ਗਿਆ। ਇੰਡਸਟਰੀਜ਼ ਨੂੰ ਮੈਂਸ਼ਨ ਕੀਤਾ ਗਿਆ, ਠੀਕ ਹੈ, ਉਹ ਵੀ ਹੈਗੇ ਨੇ, ਪਰ ਇੱਕ ਟ੍ਰੇਡਿੰਗ ਕਮਿਊਨਿਟੀ ਦਾ ਵਿੱਚ ਹੋਣ ਕਰਕੇ ਮੈਨੂੰ ਇਹ ਬੜਾ ਫੀਲ ਹੋਇਆ ਕਿ ਟ੍ਰੇਡਿੰਗ ਕਮਿਊਨਿਟੀ ਬਾਰੇ ਕੁਛ ਨਹੀਂ ਸੋਚਿਆ ਗਿਆ। ਜਦੋਂ ਕੋਵਿਡ-19 ਆਇਆ ਅਤੇ ਅਸੀਂ ਮਾਰਚ ਮਹੀਨੇ 'ਚ ਬੈਠੇ ਸੀਗੇ, ਜਿਹੜਾ ਕਿ ਈਅਰ ਐਂਡ ਹੁੰਦਾ, ਅਤੇ ਉਹ ਸਾਡੀ ਟ੍ਰੇਡਿੰਗ ਲਈ ਬਹੁਤ ਇੰਪੋਰਟੈਂਟ ਹੁੰਦਾ, ਬਿਕੋਜ਼ ਅਸੀਂ ਏਅਰ ਕੰਡੀਸ਼ਨਰ ਦੇ ਬਿਜ਼ਨਸ ਵਿੱਚ ਹੈਗੇ ਹਾਂ। ਅਤੇ ਏਅਰ ਕੰਡੀਸ਼ਨਿੰਗ ਉਸ ਵੇਲੇ ਪੀਕ 'ਤੇ ਸੀਗੀ, ਸਾਡੇ ਕੋਲ ਉਸ ਵੇਲੇ ਸਟਾਕਸ ਵਗੈਰਾ ਸਾਰੇ ਆ ਗਏ, ਪਰ ਅਸੀਂ ਅੱਗੇ ਵੇਚ ਹੀ ਨਹੀਂ ਸਕੇ ਉਹਨਾਂ ਨੂੰ, ਕਿਉਂਕਿ ਸਾਡੇ ਸ਼ੋਰੂਮ ਅਤੇ ਸਾਡੇ ਹੋਲਸੇਲ ਪੁਆਇੰਟ ਜਿਹੜੇ ਸੀਗੇ ਉਹ ਬੰਦ ਸੀਗੇ। ਅਤੇ ਇਸ ਦੇ ਵਿੱਚ ਕਸਟਮਰ ਇੰਨਾ ਘਬਰਾ ਗਿਆ ਕਿ ਉਹਨੇ ਸਾਨੂੰ ਨਾ ਕੋਈ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਨਾ ਪੁੱਛਿਆ, ਅਤੇ ਸਟਾਕਸ ਪਏ ਨੇ। ਅਤੇ ਹੁਣ ਸਾਨੂੰ ਇਹ ਸਮਝ ਨਹੀਂ ਆ ਰਿਹਾ ਕਿ ਜਿਹੜਾ ਹੁਣ ਸਾਡੇ ਕੋਲ ਏਸੀ ਦਾ ਸਟਾਕ ਪਿਆ ਹੈ, ਉਹਨੂੰ ਆਪਾਂ ਕਿੱਦਾਂ ਵੇਚਾਂਗੇ ਅਤੇ ਕਿੱਦਾਂ ਆਪਣਾ ਜਿਹੜਾ ਪੈਸਾ ਹੈਗਾ ਉਹਨੂੰ ਸਰਕੂਲੇਸ਼ਨ ਵਿੱਚ ਲੈ ਕੇ ਆਵਾਂਗੇ। ਅਤੇ ਇਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਆਪਣੇ ਇੰਪਲੋਈਜ਼ ਨੂੰ ਵੀ ਖਿਆਲ ਰੱਖਣਾ, ਅਤੇ ਅਸੀਂ ਆਪਣੀ ਫੈਮਲੀਜ਼ ਦਾ ਵੀ ਖਿਆਲ ਰੱਖਣਾ, ਅਤੇ ਅਸੀਂ ਆਪ ਵੀ ਇਹੀ ਚਾਹੁੰਦੇ ਹਾਂ ਕਿ ਹਰ ਤਰ੍ਹਾਂ ਦੀ ਜੋ ਕੰਡੀਸ਼ਨ ਸਰਕਾਰ ਵੱਲੋਂ ਹੁੰਦੀਆਂ ਉਹਨੂੰ ਫੁਲਫਿਲ ਕੀਤਾ ਜਾਵੇ, ਅਤੇ ਅਸੀਂ ਉਸ ਹਿਸਾਬ ਨਾਲ ਕੰਮ ਕਰਨਾ ਚਾਹੀਏ। ਪਰ ਸਰਕਾਰ ਨੂੰ ਵੀ ਚਾਹੀਦਾ ਕਿ ਟਰੇਡਰਸ ਬਾਰੇ ਕੁਛ ਸੋਚੇ, ਤਾਂ ਕਿ ਜੋ ਉਹਨਾਂ ਦਾ ਸਟਾਕ ਹੈਗਾ ਉਹਦੇ ਉੱਤੇ ਰੈਮੂਨਰੇਸ਼ਨ, ਜਾਂ ਜੋ ਸਾਨੂੰ ਬੈਂਕ ਦੇ ਉੱਤੇ ਵਿਆਜ ਪੈ ਰਿਹਾ, ਜਾਂ ਸਾਨੂੰ ਜੋ ਰੈਂਟਲ ਪੈ ਰਹੇ ਨੇ, ਉਹਦੇ ਬਾਰੇ ਵੀ ਕੋਈ ਸਪੋਰਟ ਦਿੱਤੀ ਜਾਵੇ, ਅਤੇ ਉਹ ਸਾਡੇ ਲਈ ਬਹੁਤ ਹੈਲਪਫੁਲ ਹੋਵੇਗੀ। ਸਰ, ਤੁਸੀਂ ਇੱਕ ਬਹੁਤ ਚੰਗੀ ਗੱਲ ਕੀਤੀ ਕਿ ਸਟਾਫ ਤੁਹਾਡੇ ਨਾਲ ਇਨਕਲੂਡਡ ਹੈ। ਫੈਮਲੀਜ਼ ਬਹੁਤ ਸਾਰੀਆਂ ਡਿਪੈਂਡੈਂਟ ਹੁੰਦੀਆਂ ਹੈ, ਭਾਵੇਂ ਅਸੀਂ ਕਿਸੇ ਵੀ ਪ੍ਰਾਈਵੇਟ ਸੈਕਟਰ ਦੀ ਗੱਲ ਕਰ ਲਈਏ, ਹੌਸਪੀਟਲਸ ਨੇ, ਇਲੈਕਟ੍ਰੋਨਿਕਸ ਸ਼ਾਪ ਦੇ ਵਿੱਚ ਵੀ ਜਿੰਨੇ ਵੀ ਵਰਕਰਸ ਕੰਮ ਕਰਦੇ ਨੇ, ਉਹਨਾਂ ਦੀ ਫੈਮਲੀ ਉਹਨਾਂ 'ਤੇ ਡਿਪੈਂਡ ਕਰਦੀ ਹੈ। ਅਤੇ ਸਟਾਫ ਕਿੰਨਾ ਕੁ ਇਸ ਵੇਲੇ ਕੋਆਪਰੇਟਿਵ ਰਿਹਾ, ਜਾਂ ਕਿਸ ਤਰੀਕੇ ਦੇ ਨਾਲ ਆਪਸ 'ਚ ਤੁਹਾਡੀ ਕੋਆਰਡੀਨੇਸ਼ਨ ਬਣੀ, ਕਿਉਂਕਿ ਹਰ ਕਿਸੇ ਦੇ ਉੱਤੇ ਜਿਹੜੀ ਆਪਦਾ ਹੈ ਆਈ ਹੋਈ ਹੈ, ਅਤੇ ਕਿਸ ਤਰੀਕੇ ਦੇ ਨਾਲ ਇਸ ਸਿਚੁਏਸ਼ਨ ਨੂੰ ਹੈਂਡਲ ਕੀਤਾ ਜਾ ਰਿਹਾ ਹੈ? ਕੁਛ ਲੋਕ ਹੁੰਦੇ ਨੇ ਜਿਹੜੇ ਕਹਿੰਦੇ ਆ ਵੀ ਨਹੀਂ, ਵੀ ਵਾਂਟ ਆਰ ਮਨੀ ਐਂਡ ਆਲ, ਸੋ ਕਿਸ ਤਰੀਕੇ ਦੇ ਨਾਲ? ਦੇਖੀਏ, ਹਰ ਤਰ੍ਹਾਂ ਦਾ ਇੰਪਲੋਈ ਜਿਹੜਾ ਹੈਗਾ ਨਾ ਜੀ, ਉਹ ਅੱਜ ਕੱਲ੍ਹ ਪੈਸੇ ਨੂੰ ਲੈ ਕੇ ਤਾਂ ਉਹ ਫਸਿਆ ਪਿਆ। ਉਹ ਵੀ ਹਰ ਕਿਸੇ ਦੀ ਕੋਈ ਨਾ ਕੋਈ ਬੈਂਕ EMI ਲੱਗ ਰਹੀਆਂ, ਹਰ ਬੰਦੇ ਦਾ ਖਰਚੇ ਹੈਗੇ ਨੇ, ਜੋ ਫਿਕਸ ਖਰਚੇ ਉਹਨੂੰ ਪੈਣੇ ਹੀ ਪੈਣੇ ਆ। ਸੋ ਅਸੀਂ ਵੀ ਇਹ ਨਹੀਂ ਕਰ ਸਕਦੇ ਕਿ ਉਹਨਾਂ ਨੂੰ ਸ਼ੁਰੂ ਤੋਂ ਹੀ ਕਰ ਦਈਏ, ਰੋਕ ਦਈਏ ਕਿ ਨਹੀਂ ਜੀ ਅਸੀਂ ਤੁਹਾਨੂੰ ਸੈਲਰੀ ਨਹੀਂ ਦੇਵਾਂਗੇ। ਮੋਦੀ ਜੀ ਨੇ ਵੀ ਕਿਹਾ ਸੀਗਾ ਕਿ ਤੁਸੀਂ ਸੈਲਰੀ ਦਿਓ, ਅਸੀਂ ਪੂਰੀ ਕੋਸ਼ਿਸ਼ ਕੀਤੀ ਆ ਕਿ 2 ਮਹੀਨੇ ਅਸੀਂ ਫੁੱਲ ਸੈਲਰੀ ਪੇ ਕੀਤੀ ਆ ਸਾਰੇ ਆਪਣੇ ਇੰਪਲੋਈਜ਼ ਨੂੰ, ਅਤੇ ਜਿਹਦੇ 'ਚ ਇੰਪਲੋਈ ਨੇ ਬਹੁਤ ਹਾਈ ਰਿਕਾਰਡ ਕੀਤਾ। ਬਟ ਹੁਣ ਇਹ ਚੀਜ਼ ਦੇਖਣ ਵਾਲੀ ਹੈ ਕਿ ਅਸੀਂ ਇਹ ਚੀਜ਼ ਕਿੰਨੀ ਦੇਰ ਕਰ ਸਕਾਂਗੇ ਹੋਰ, ਅਗਰ ਅਸੀਂ ਇਸ ਤਰ੍ਹਾਂ ਹੀ ਹਰ ਮਹੀਨੇ ਘੱਟ ਦੇ ਜਾਂਦੇ ਰਹੇ। ਤਾਂ ਉਸ ਨੂੰ ਰੱਖਦੇ ਹੋਏ ਵੀ ਸਾਨੂੰ ਵੀ ਲੱਗਦਾ ਕਿ ਹਾਂਜੀ, ਸਾਡੇ ਜਿਹੜੇ ਇੰਪਲੋਈ ਨੇ ਇਹਨਾਂ ਦੀ ਹਰ ਤਰ੍ਹਾਂ ਦੀ ਜ਼ਰੂਰਤਾਂ ਹੈਗੀਆਂ ਨੇ, ਪਰ ਕੁਐਸਚਨ ਐਂਡ 'ਚ ਇਹੀ ਆਉਂਦਾ ਕਿ ਆਖਿਰ ਕਦੋਂ ਤੱਕ ਅਸੀਂ ਇਹ ਚੀਜ਼ ਕਰ ਸਕਦੇ ਹਾਂ। ਅਤੇ ਇੰਪਲੋਈਜ਼ ਜਿਹੜੇ ਕਹਿ ਲਈਏ, ਇੰਪਲੋਈਜ਼ ਦੀ ਬਹੁਤ ਸਪੋਰਟਿਵ ਰਹੇ ਨੇ, ਸਾਡੇ ਨਾਲ ਫੋਨ 'ਤੇ ਇੰਟਰਚ ਰਹੇ ਨੇ, ਮਤਲਬ ਉਹਨਾਂ ਦਾ ਪੂਰਾ ਇੰਟਰਸਟ ਸੀਗਾ ਕਿ ਕਦੀ ਸਾਨੂੰ ਗਵਰਨਮੈਂਟ ਅਗਰ ਮੌਕਾ ਦੇਵੇ ਤਾਂ ਅਸੀਂ ਉਸੇ ਦਿਨ ਕੰਮ 'ਤੇ ਉੱਤੇ ਆਵਾਂਗੇ। ਅਤੇ ਹੁਣ ਜਿਵੇਂ ਮੰਗਲਵਾਰ ਤੋਂ DC ਸਾਹਿਬ ਨੇ ਸ਼ੋਰੂਮ ਖੋਲ੍ਹਣ ਦਾ ਆਰਡਰ ਕੀਤਾ, ਅਤੇ ਸਾਡੇ ਇੰਪਲੋਈਜ਼ ਸਵੇਰੇ 7 ਵਜੇ ਕਿ ਨਹੀਂ 6:30 ਵਜੇ ਆਫਿਸ ਪਹੁੰਚ ਗਏ ਸੀਗੇ ਕਿ ਸਰ ਅਸੀਂ ਖੋਲ੍ਹਣਾ ਸ਼ੋਰੂਮ, ਅਤੇ ਅਸੀਂ ਕੰਮ ਕਰਨਾ ਹੈਗਾ। ਸੋ ਉਸ ਚੀਜ਼ ਨਾਲ ਸਾਨੂੰ ਵੀ ਬਹੁਤ ਚੰਗਾ ਲੱਗਾ ਕਿ ਜੀ ਮੁੰਡੇ ਸਾਡੇ ਸਵੇਰੇ ਆਉਣ ਨੂੰ ਤਿਆਰ ਨੇ। ਅਤੇ ਹੁਣ ਜੋ ਵੀ ਹੈਗਾ ਜੀ, ਦੇਖੋ ਜੋ ਲੋਕਲ ਸਰਕਾਰ, ਜੋ DC ਸਾਹਿਬ ਕਹਿਣਗੇ, ਉਸ ਹਿਸਾਬ ਦੇ ਨਾਲ ਹੀ ਅਸੀਂ ਚੱਲ ਸਕਦੇ ਹਾਂ, ਅਤੇ ਉਹਨਾਂ ਦੇ ਜੋ ਵੀ ਸੋਚਣ ਦੇ ਉੱਤੇ ਇਹਨਾਂ ਦੀ ਬਹੁਤ ਜ਼ਿੰਦਗੀ ਮਤਲਬ ਡਿਪੈਂਡੈਂਟ ਹੈਗੀ ਆ। ਅਤੇ ਸਰ, ਮੇਰਾ ਸਵਾਲ ਹੀ ਇਹ ਸੀਗਾ ਅਗਲਾ ਕਿ ਜਿੱਦਾਂ ਹੁਣ ਸਟਾਫ ਨੇ ਕਿਹਾ ਵੀ ਤੁਹਾਡੇ ਨਾਲ ਕੋਆਰਡੀਨੇਸ਼ਨ ਬਣਾ ਕੇ ਰੱਖੀ ਵੀ ਜਿਸ ਦਿਨ ਵੀ ਹੋਏਗਾ ਆਪਾਂ ਖੋਲਾਂਗੇ, ਅਤੇ ਹਾਲ ਹੀ ਦੇ ਵਿੱਚ ਰਿਆਇਤਾਂ ਦਿੱਤੀਆਂ ਗਈਆਂ ਨੇ ਕਿ 7 ਤੋਂ 3 ਵਜੇ ਤੱਕ ਤੁਸੀਂ ਆਪਣੇ ਸ਼ੋਰੂਮਸ, ਦੁਕਾਨਾਂ ਜਾਂ ਸਟੈਂਡ ਅਲੋਨ ਦੁਕਾਨਾਂ ਜਿਹੜੀਆਂ ਨੇ, ਇਕੱਲੀਆਂ ਦੁਕਾਨਾਂ ਨੇ, ਉਹ ਤੁਸੀਂ ਖੋਲ੍ਹ ਸਕਦੇ ਹੋ। ਅਤੇ ਇਹਨਾਂ
ਹਿਦਾਇਤਾਂ ਦੇ ਦੌਰਾਨ ਜਾਂ ਰਿਆਇਤ ਦੇ ਦੌਰਾਨ ਤੁਹਾਨੂੰ ਸਪੈਸੀਫਿਕਲੀ ਕਿਹੜੀਆਂ ਹੋਰ ਹਿਦਾਇਤਾਂ ਆਈਆਂ ਜਿਹਨੂੰ ਫੋਲੋ ਕਰਨਾ ਪੈ ਰਿਹਾ ਇਸ ਵੇਲੇ? ਦੇਖਿਏ ਜੀ, ਸਭ ਤੋਂ ਪਹਿਲਾਂ ਤਾਂ ਜੀ ਮੋਸਟ ਇੰਪੋਰਟੈਂਟ ਹੈਗੀ ਹੈ, ਉਹ ਹੈਗੀ ਹੈ ਸੋਸ਼ਲ ਡਿਸਟੈਂਸਿੰਗ। ਸੋ ਇਸ ਚੀਜ਼ ਦੀ ਹੁਣ ਮੋਦੀ ਜੀ ਨੇ ਜਿਹੜੇ 50 ਦਿਨ ਲਾਕਡਾਊਨ ਰੱਖਿਆ ਨਾ ਜੀ, ਉਹਦੇ ਵਿੱਚ ਸਾਨੂੰ ਇਹ ਬਹੁਤ ਚੰਗੀ ਤਰ੍ਹਾਂ ਪਤਾ ਲੱਗ ਗਿਆ ਕਿ ਤੁਸੀਂ ਕਿੱਦਾਂ ਬੰਦੇ ਤੋਂ ਦੂਰ ਰਹਿ ਕੇ ਖੜੇ ਹੋਣਾ ਤੇ ਗੱਲਬਾਤ ਕਰਨੀ ਆ। ਉਸ ਤੋਂ ਬਾਅਦ ਜਿਹੜਾ ਸੈਨੀਟਾਈਜ਼ਰ ਹੈਗਾ ਉਹਦਾ ਕੀ ਇੰਪੋਰਟੈਂਸ ਹੈਗੀ ਆ, ਉਹਦੇ ਬਾਰੇ ਵੀ ਸਾਨੂੰ ਪਤਾ ਲੱਗ ਗਿਆ। ਤੇ ਹੁਣ ਅਸੀਂ ਕੀ ਕਰਦੇ ਹਾਂ, ਜਿੱਦਾਂ ਆਪਣਾ ਸ਼ੋਰੂਮ ਹੈ ਨਾ ਜੀ, ਰੋਜ਼ ਆ ਕੇ ਸੈਨੀਟਾਈਜ਼ਰ ਲਿਕੁਇਡ ਸਾਰੇ ਫਰਸ਼ 'ਤੇ ਮਾਰੀਦਾ ਤੇ ਆਪਣੇ ਪ੍ਰੋਡਕਟਸ ਦੇ ਉੱਤੇ ਮਾਰੀਦਾ, ਤਾਂ ਕਿ ਕੱਲ੍ਹ ਨੂੰ ਜੋ ਕਸਟਮਰ ਆਵੇ ਤੇ ਉਹ ਕਿਸੇ ਵੀ ਚੀਜ਼ ਨੂੰ ਹੱਥ ਲਗਾਵੇ ਤੇ ਉਹਨੂੰ ਕੋਈ ਡਰ ਨਾ ਹੋਵੇ ਕਿ ਹਾਂਜੀ ਮੈਨੂੰ ਇਸ ਸ਼ੋਰੂਮ ਤੋਂ ਮੈਨੂੰ ਕੋਵਿਡ-19 ਹੋ ਸਕਦਾ ਜਾਂ ਮੈਨੂੰ ਵਾਇਰਸ ਆ ਸਕਦਾ। ਤਾਂ ਉਹ ਅਸੀਂ ਸਭ ਚੀਜ਼ਾਂ ਰੱਖਦੇ ਹਾਂ। ਉਹੀ ਜਿੱਦਾਂ ਆਪਣੇ ਸੇਲਸਮੈਨ ਮੁੰਡੇ ਹੈਗੇ ਜਾਂ ਜਿਹੜੇ ਸ਼ੋਰੂਮ ਦੇ ਮੁੰਡੇ ਕਲੀਨਿੰਗ 'ਚ ਹੈਗੇ ਨੇ, ਉਹਨਾਂ ਨੂੰ ਵੀ ਬਸ ਸਮਝਾਈਦਾ ਕਿ ਵੀ ਆਪਣਾ ਖਿਆਲ ਪਹਿਲੇ ਨੰਬਰ 'ਤੇ ਆ, ਫਿਰ ਤੁਸੀਂ ਪ੍ਰੋਡਕਟ ਦਾ ਖਿਆਲ ਆ, ਫਿਰ ਆਪਣਾ ਕਸਟਮਰ ਜੋ ਆਏਗਾ ਉਹਦਾ ਖਿਆਲ ਆਪਾਂ ਰੱਖਣਾ। ਅਸੀਂ ਅਗਰ ਆਪਣਾ ਖਿਆਲ ਸਹੀ ਤਰ੍ਹਾਂ ਰੱਖਾਂਗੇ ਤਾਂ ਹੀ ਅਸੀਂ ਕਸਟਮਰ ਦਾ ਵੀ ਖਿਆਲ ਸਹੀ ਤਰ੍ਹਾਂ ਰੱਖ ਸਕਾਂਗੇ। ਸੋ ਉਹਦੇ ਲਈ ਅਸੀਂ ਸ਼ੋਰੂਮ ਦੇ ਉੱਤੇ ਹੈਂਡ ਸੈਨੀਟਾਈਜ਼ਰ ਰੱਖੇ ਨੇ ਤੇ ਈਵਨ ਅਸੀਂ ਪ੍ਰੋਪਰ ਮਸ਼ੀਨਸ ਵਗੈਰਾ ਮੰਗਾਈਆਂ ਹੋਈਆਂ, ਜਿਹਦੇ ਨਾਲ ਅਸੀਂ ਪ੍ਰੋਡਕਟਸ ਤੇ ਆਪਣਾ ਫਲੋਰਿੰਗ ਵਗੈਰਾ ਨੂੰ ਸਭ ਨੂੰ ਸੈਨੀਟਾਈਜ਼ ਰੱਖੀਦਾ, ਹਰ ਰੋਜ਼ ਰੱਖੀਦਾ। ਤੇ ਸਰ ਐਟ ਅ ਟਾਈਮ ਸ਼ੋਰੂਮ ਦੇ ਵਿੱਚ ਕਿੰਨੇ ਲੋਕਾਂ ਨੂੰ ਆਉਣ ਦੀ ਪਰਮਿਸ਼ਨ ਸਰਕਾਰ ਵੱਲੋਂ ਦਿੱਤੀ ਗਈ ਹੈ ਜਾਂ ਇੱਦਾਂ ਦੀ ਕੋਈ ਹਾਲੇ ਆਈ ਨਹੀਂ, ਆਰਡਰਸ ਨਹੀਂ ਆਏ? ਦੇਖੀਏ, ਸਰਕਾਰ ਤਾਂ ਇਹੀ ਕਹਿੰਦੀ ਕਿ ਤੁਸੀਂ ਸ਼ੋਰੂਮ ਦੇ ਸਾਈਜ਼ ਦੇ ਹਿਸਾਬ ਨਾਲ ਤੁਹਾਡਾ ਡਿਪੈਂਡ ਰਹੇਗਾ। ਸਾਡਾ ਇੱਕ ਹੋਰ ਸ਼ੋਰੂਮ ਹੈਗਾ ਜਿਹੜਾ ਕਿ ਇਸ ਨਾਲੋਂ ਛੋਟਾ ਹੈਗਾ, ਉਹਦੇ ਵਿੱਚ ਅਸੀਂ ਐਟ ਅ ਟਾਈਮ ਇੱਕ ਕਸਟਮਰ ਨੂੰ ਅੰਦਰ ਆਉਣ ਦੀ ਇਜਾਜ਼ਤ ਹੁੰਦੀ ਆ। ਇਸ ਸ਼ੋਰੂਮ ਦੇ ਉੱਤੇ ਕਿਉਂਕਿ ਜਗ੍ਹਾ ਜ਼ਿਆਦਾ ਹੈਗੀ ਆ ਤਾਂ ਅਸੀਂ ਘੱਟੋ ਘੱਟ 3 ਕਸਟਮਰ ਅੰਦਰ ਬੁਲਾ ਸਕਦੇ ਹਾਂ। ਪਰ ਜੋ ਸਾਡਾ ਏਅਰ ਕੰਡੀਸ਼ਨ ਬਿਜ਼ਨਸ ਹੈ ਨਾ ਜੀ, ਜਿੰਨੇ ਵੀ ਸ਼ੋਰੂਮ ਸਾਡੇ ਹੁੰਦੇ ਨੇ ਇਲੈਕਟ੍ਰੋਨਿਕਸ ਦੇ ਵਿੱਚ, ਇੱਥੇ ਕਦੀ ਵੀ ਰਸ਼ ਨਹੀਂ ਪੈਂਦਾ। ਐਟ ਅ ਟਾਈਮ ਗਿਵਨ ਪੁਆਇੰਟ ਆਫ ਟਾਈਮ ਤੁਸੀਂ ਲਾਓ ਕਿ 1 ਜਾਂ 2 ਕਸਟਮਰ ਹੀ ਹੁੰਦੇ ਨੇ, ਚਾਹੇ ਅਸੀਂ ਇਹਨੂੰ 24 ਘੰਟੇ ਵੀ ਖੋਲ੍ਹੀਏ ਤਾਂ ਵੀ 1 ਜਾਂ 2 ਕਸਟਮਰ ਹੀ ਆਉਣੇ ਆ, ਅਤੇ ਚਾਹੇ ਅਸੀਂ ਇਹਨੂੰ ਆਪਾਂ ਹੁਣ 8-9 ਘੰਟੇ ਖੋਲ੍ਹ ਰਹੇ ਹਾਂ, 7 ਤੋਂ 3 ਖੋਲ੍ਹ ਰਹੇ ਹਾਂ, ਤਾਂ ਵੀ ਇਹਦੇ ਵਿੱਚ 1 ਜਾਂ 2 ਕਸਟਮਰ ਹੀ ਹੁੰਦੇ ਨੇ ਐਟ ਅ ਗਿਵਨ ਪੁਆਇੰਟ ਆਫ ਟਾਈਮ। ਜਿਵੇਂ ਕਰਿਆਨਾ ਹੋ ਗਿਆ, ਉੱਥੇ ਰਸ਼ ਜ਼ਿਆਦਾ ਹੁੰਦਾ ਅਤੇ ਉਹਨੂੰ ਮੈਨੇਜ ਕਰਨਾ ਵੀ ਮੁਸ਼ਕਿਲ ਹੈ, ਪਰ ਸਾਡੇ ਸ਼ੋਰੂਮਾਂ ਨੂੰ ਮੈਨੇਜ ਕਰਨਾ ਕੋਈ ਇੰਨਾ ਮੁਸ਼ਕਿਲ ਨਹੀਂ ਹੈਗਾ। ਗਿਵਨ ਕਿ ਅਗਰ ਸਰਕਾਰ ਸਾਨੂੰ ਪਰਮਿਸ਼ਨ ਦੇਵੇ ਤਾਂ ਅਸੀਂ ਖੋਲ੍ਹ ਸਕਦੇ ਹਾਂ ਜੀ। ਤੇ ਸਰ ਹਾਲ ਹੀ ਦੇ ਵਿੱਚ ਜੇਕਰ ਅਸੀਂ ਇੱਕ ਨਜ਼ਰ ਮਾਰੀਏ, ਜਿਸ ਦਿਨ ਇਹ ਰਿਆਇਤ ਮਿਲੀ ਸੀਗੀ ਉਸ ਦਿਨ ਫਗਵਾੜਾ ਗੇਟ ਜਿਹੜੀ ਮਾਰਕੀਟ ਹੈ ਜਲੰਧਰ ਦੀ, ਉਹ ਸਾਰੀ ਦੀ ਸਾਰੀ ਖੁੱਲ੍ਹ ਗਈ ਸੀ ਅਤੇ ਉੱਤੇ ਕਾਫੀ ਜ਼ਿਆਦਾ ਰਸ਼ ਪੈ ਗਿਆ ਸੀਗਾ। ਉਸ ਬਾਰੇ ਜੇਕਰ ਅਸੀਂ ਟਰੇਡਰ ਪੁਆਇੰਟ ਆਫ ਵਿਊ ਨਾਲ ਵੇਖੀਏ ਤਾਂ ਤੁਹਾਡਾ ਕੀ ਕਹਿਣਾ ਹੈ? ਦੇਖੀਏ, ਹੁੰਦਾ ਕੀ ਹੈ ਕਿ 50 ਦਿਨਾਂ ਤੋਂ ਸ਼ੋਰੂਮ ਬੰਦ ਰੱਖ ਕੇ ਨਾ ਜੀ, ਇੱਕ ਨਾ ਬੰਦੇ ਮਨ ਦੇ ਵਿੱਚ ਨਾ ਬੇਬਸੀ ਜੀ ਆ ਜਾਂਦੀ ਆ ਕਿ ਮੈਂ ਤੁਹਾਨੂੰ ਜਿਵੇਂ ਦੱਸਿਆ ਸੀਗਾ ਕਿ ਜਿਵੇਂ ਅਸੀਂ ਲੋਕ ਸਫ਼ਰ ਕਰ ਹੀ ਰਹੇ ਹਾਂ ਟਰੇਡਰ ਕਮਿਊਨਿਟੀ, ਅਤੇ ਉੱਥੇ ਹੈਗੀ ਆ ਛੋਟੀਆਂ ਮਾਰਕੀਟਸ, ਹੋਲਸੇਲ ਮਾਰਕੀਟਸ ਨੇ, ਅਤੇ ਉੱਥੇ ਕਸਟਮਰ ਦਾ ਫਲੋ ਵੀ ਜ਼ਿਆਦਾ ਹੁੰਦਾ। ਤਾਂ ਉਹਦੇ ਵਾਸਤੇ ਡੀਸੀ ਸਾਹਿਬ ਨੇ ਹੁਣ ਅਗਲੇ ਦਿਨ ਤੋਂ ਹਾਲੇ ਕਲੀਅਰ ਨਹੀਂ ਕੀਤਾ, ਪਰ ਸ਼ਾਇਦ ਮੇਰੇ ਖਿਆਲ ਨਾਲ ਔਡ ਈਵਨ ਦੇ ਵਿੱਚ ਖੋਲ੍ਹਣਗੇ, ਅਤੇ ਉਹ ਚਲੋ ਇੱਕ ਸਟੈਪ ਬੈਟਰ ਹੈਗਾ, ਪਰ ਫਿਰ ਵੀ ਉਸ ਮਾਰਕੀਟ ਨੂੰ ਮੈਨੇਜ ਕਰਨਾ ਮੁਸ਼ਕਿਲ ਹੈ, ਬਿਕੋਜ਼ ਬਹੁਤ ਛੋਟੇ ਜਗ੍ਹਾ ਦੇ ਵਿੱਚ ਬਹੁਤ ਸਾਰੀਆਂ ਸ਼ੋਰੂਮਸ ਨੇ, ਅਤੇ ਉੱਥੇ ਸਾਰੇ ਤਰ੍ਹਾਂ ਦੇ ਟਰੇਡ ਨੇ, ਮੋਬਾਈਲ ਵੀ ਹੈਗੇ ਨੇ, ਇਲੈਕਟ੍ਰੋਨਿਕਸ ਵੀ ਹੈਗੇ ਨੇ, ਇਲੈਕਟ੍ਰੀਕਲ ਵੀ ਹੈਗੇ ਨੇ। ਸੋ ਉਹਨੂੰ ਕਿਹੜਾ ਬੰਦਾ ਏਸੀ ਵੇਚ ਰਿਹਾ, ਕਿਹੜਾ ਬੰਦਾ ਇਲੈਕਟ੍ਰੀਕਲ ਵੇਚ ਰਿਹਾ, ਉਹਨੂੰ ਡਿਫਰੈਂਸ਼ੀਏਟ ਕਰਨਾ ਬਹੁਤ ਮੁਸ਼ਕਿਲ ਹੈਗਾ। ਅਤੇ ਸਰ ਜੇਕਰ ਅਸੀਂ ਗੱਲ ਕਰੀਏ ਟਰੇਡਰਸ ਪੁਆਇੰਟ ਆਫ ਵਿਊ ਨਾਲ, ਉੱਥੇ ਦੇ ਆਪਸ 'ਚ ਲੋਕਾਂ ਨੂੰ ਜਾਂ ਜਿਹੜੇ ਵੀ ਸ਼ੌਪਕੀਪਰਸ ਨੇ ਉਹਨਾਂ ਨੂੰ ਆਪਸ ਦੇ ਵਿੱਚ ਕੋਆਰਡੀਨੇਸ਼ਨ ਕਿਸ ਤਰੀਕੇ ਨਾਲ ਬਣਾਉਣੀ ਚਾਹੀਦੀ ਸੀਗੀ ਖੋਲ੍ਹਣ ਤੋਂ ਪਹਿਲਾਂ, ਤਾਂ ਜੋ ਉਹਨਾਂ ਨੂੰ ਇਹ ਪ੍ਰੋਬਲਮਸ ਹੀ ਨਾ ਫੇਸ ਕਰਨੀਆਂ ਪੈਂਦੀਆਂ? ਦੇਖੀ ਸਰ, ਕੋਆਰਡੀਨੇਸ਼ਨ ਨਾ ਉਦੋਂ ਬਣਦੀ ਆ ਜਦੋਂ ਤੁਸੀਂ ਆਪਣੇ ਵੱਲੋਂ ਸੇਫਟੀ ਇੱਕ ਹੁੰਦੀ ਹੈ ਤੁਹਾਡੇ ਕੋਲ। ਅੱਜ ਦੀ ਡੇਟ 'ਚ ਟਰੇਡਰਸ ਨੂੰ ਕੋਈ ਸੇਫਟੀ ਨਹੀਂ ਹੈਗੀ, ਤਾਂ ਹਰ ਬੰਦਾ ਕਹਿੰਦਾ ਕਿ ਮੈਂ ਆਪਣੇ ਲਈ ਖਿਆਲ ਆਪੇ ਰੱਖਣਾ, ਅਤੇ ਉਸ ਲਈ ਉਹ ਦੂਜੇ ਬੰਦਿਆਂ ਨਾਲ ਗੱਲ ਹੀ ਨਹੀਂ ਕਰਦਾ। ਉਹ ਕਹਿੰਦਾ ਮੈਂ ਆਪਣਾ ਸ਼ੋਰੂਮ ਖੋਲ੍ਹ ਲਵਾਂ, ਦੂਜੇ ਤਾਂ ਦੇਖਾਂਗੇ ਬਾਅਦ ਚੋਂ ਕਿਆ ਹੁੰਦਾ। ਸੋ ਉਸ ਦੇ ਵਿੱਚ ਕੀ ਹੁੰਦਾ ਕਿ ਸਾਰੇ ਬੰਦੇ ਸ਼ੋਰੂਮ ਖੋਲ੍ਹ ਲੈਂਦੇ ਨੇ, ਅਤੇ ਕਸਟਮਰ ਨੇ ਤਾਂ ਦੇਖੋ ਆਉਣਾ ਹੀ ਹੈ। ਜਿਹਨਾਂ ਨੂੰ 50 ਦਿਨ ਤੋਂ ਕੋਈ ਸਮਾਨ ਚਾਹੀਦਾ, ਕੋਈ ਕਿਸੇ ਨੂੰ ਕੇਬਲ ਚਾਹੀਦੀ ਹੈ, ਵਾਇਰਿੰਗ ਚਾਹੀਦੀ ਹੈ, ਕੂਲਰ ਚਾਹੀਦੇ ਨੇ। ਹੁਣ ਜਿਵੇਂ ਬਾਹਰ ਮੌਸਮ ਸਮਰ ਦਾ ਮੌਸਮ ਚੱਲ ਰਿਹਾ, ਅਤੇ ਏਸੀ ਅਤੇ ਕੂਲਰ ਦੀ ਹਾਈ ਡਿਮਾਂਡ ਹੈ, ਅਤੇ ਉਹ ਮਾਰਕੀਟ ਵਿੱਚ ਕੂਲਰ ਕਾਫੀ ਜ਼ਿਆਦਾ ਵਿਕਦੇ ਨੇ। ਸੋ ਉਹਨੂੰ ਰੱਖਦੇ ਹੋਏ ਕਸਟਮਰ ਨੇ ਤਾਂ ਉੱਥੇ ਆਉਣਾ ਸੀਗਾ ਜੀ। ਸੋ ਇਹਨੂੰ ਪਹਿਲਾਂ ਹੀ ਰੱਖਣਾ ਚਾਹੀਦਾ ਸੀਗਾ ਕਿ ਆਪਾਂ ਇਹਨੂੰ ਕਿੱਦਾਂ ਖੋਲ੍ਹਣਾ ਸੀਗਾ, ਸਟੈਪ ਬਾਏ ਸਟੈਪ। ਅਤੇ ਸਰ ਇਸ ਲੋਕਡਾਊਨ ਦੌਰਾਨ, ਕਰਫਿਊ ਦੌਰਾਨ ਸਰਕਾਰ ਵੱਲੋਂ ਕਾਫੀ ਹਦਾਇਤਾਂ ਆਈਆਂ ਸੀਗੀਆਂ। ਉਹ ਜਿਹੜੀਆਂ ਹਦਾਇਤਾਂ ਸੀਗੀਆਂ ਉਹ ਕਿੰਨੀਆਂ ਕੁ ਹੁਣ ਤੱਕ ਕਾਰਗਰ ਸਾਬਿਤ ਰਹੀਆਂ ਨੇ ਜਾਂ ਫਿਰ ਕਿੰਨੀਆਂ ਕੁ ਨਾਕਾਮਯਾਬ ਹੋਈਆਂ ਨੇ? ਦੇਖੀ ਜੀ, ਸਰਕਾਰ ਤਾਂ ਇੱਕ ਹਦਾਇਤਾਂ ਦੇ ਸਕਦੀ ਆ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਪਾਲਣ ਕਰਾਉਣ ਲਈ ਕੁਛ ਕੋਸ਼ਿਸ਼ ਕਰ ਸਕਦੀ ਆ, ਪਰ ਇਹ ਆਮ ਜਨਤਾ ਦੀ ਵੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਸਰਕਾਰ ਸਾਡਾ ਖਿਆਲ ਰੱਖਣ ਦੀ ਕੋਸ਼ਿਸ਼ ਕਰ ਰਹੀ ਤਾਂ ਅਸੀਂ ਆਪਣਾ ਖਿਆਲ ਆਪ ਰੱਖੀਏ। ਅਗਰ ਲੋਕ ਇਹੀ ਸੋਚਣਗੇ ਕਿ ਸਰਕਾਰ ਜੋ ਕਹਿ ਰਹੀ ਹੈ ਇਹਨੂੰ ਅਸੀਂ ਨਹੀਂ ਮੰਨਣਾ, ਤਾਂ ਉਹ ਸਰਕਾਰ ਵੀ ਕਿੰਨੇ ਕੁ ਸਟੈਪ ਲੈ ਸਕਦੀ ਹੈ ਜੀ। ਪਹਿਲਾਂ ਤੁਹਾਨੂੰ ਦੇਖਿਆ ਹੋਣਾ ਤੁਸੀਂ ਕਿ ਪੁਲਿਸ ਨੇ ਜਿਵੇਂ ਥੋੜ੍ਹਾ ਜਿਹਾ ਸਖਤੀ ਵਰਤੀ ਸੀਗੀ, ਉਹਦੇ ਬਾਰੇ ਕਾਫੀ ਨੈਗੇਟਿਵਿਟੀ ਫੈਲੀ। ਉਸ ਤੋਂ ਬਾਅਦ ਪੁਲਿਸ ਨੇ ਥੋੜ੍ਹਾ ਈਜ਼ੀ ਕੀਤਾ ਅਤੇ ਚਲੋ ਉਹ ਫਿਰ ਠੀਕ ਹੋ ਗਿਆ ਕੰਮ, ਪਰ ਲੋਕਾਂ ਦੀ ਜ਼ਿੰਮੇਵਾਰੀ ਇਹ ਪਹਿਲੇ ਨੰਬਰ 'ਤੇ ਹੈ ਜੀ।
ਸਰਕਾਰ ਤਾਂ ਸਿਰਫ ਕਹਿ ਸਕਦੀ ਹੈ, ਜੇ ਕਰਵਾ ਨਹੀਂ ਸਕਦੀ। ਲੋਕਾਂ ਨੂੰ ਖੁਦ ਨੂੰ ਚਾਹੀਦਾ ਕਿ ਹਾਂਜੀ ਸਾਨੂੰ ਸੋਸ਼ਲ ਡਿਸਟੈਂਸਿੰਗ ਰੱਖਣੀ ਹੈ। ਜੇ ਸਾਨੂੰ ਲੋਕਡਾਊਨ ਦਾ ਕਿਹਾ ਗਿਆ ਹੈ ਤਾਂ ਅਸੀਂ ਘਰੇ ਅੰਦਰ ਹੀ ਰਹਿਣਾ, ਬਾਹਰ ਨਹੀਂ ਨਿਕਲਣਾ, ਸਿਰਫ ਐਮਰਜੈਂਸੀ ਵਿੱਚ ਬਾਹਰ ਨਿਕਲਣਾ। ਪਰ ਅਸੀਂ ਫਿਰ ਵੀ ਦੇਖਿਆ ਕਿ ਕੁਝ ਲੋਕ ਨਿਕਲ ਰਹੇ ਸੀ ਬਾਹਰ, ਪਰ ਹੁਣ ਉਹ ਤਰ੍ਹਾਂ ਦੇ ਲੋਕ ਤਾਂ ਹਰ ਜਗ੍ਹਾ ਹੁੰਦੇ ਆ ਜੀ, ਉਹ ਆਪਾਂ ਕੁਝ ਉਹਦੇ ਬਾਰੇ ਕੁਝ ਕਹਿ ਨਹੀਂ ਸਕਦੇ। ਤੇ ਸਰ ਆਖਰੀ ਸਵਾਲ ਮੇਰਾ ਇਸ ਇੰਟਰਵਿਊ ਦਾ ਇਹੀ ਰਹੇਗਾ ਕਿ ਤੁਹਾਡੇ ਅਕੋਰਡਿੰਗਲੀ ਜਾਂ ਟ੍ਰੇਡਰਸ ਦੇ ਅਕੋਰਡਿੰਗਲੀ ਸਰਕਾਰ ਨੂੰ ਐਸੇ ਕਿਹੜੇ ਸਟੈਪਸ ਚੱਕਣੇ ਚਾਹੀਦੇ ਸੀਗੇ ਪ੍ਰਾਈਵੇਟ ਅਦਾਰਿਆਂ ਦੇ ਲਈ, ਜਿਹਦੇ ਨਾਲ ਕਿ ਇਕਨੋਮੀ ਵੀ ਬੂਸਟ ਅਪ ਰਹਿੰਦੀ ਤੇ ਲੋਕਾਂ ਦੀ ਮਦਦ ਵੀ ਹੋ ਸਕਦੀ ਇਨਕਮ ਦੇ ਤੌਰ ਦੇ ਉੱਤੇ, ਤੇ ਲੋਕਾਂ ਦੀ ਨੀਡਸ ਵੀ ਪੂਰੀ ਹੋ ਸਕਦੀ, ਜਿਹੜੇ ਕਿ ਉਹਨਾਂ ਨੇ ਐਸੇ ਸਟੈਪ ਚੱਕੇ ਹੀ ਨਹੀਂ ਹੈ। ਕੋਈ ਐਸੇ ਕਿਹੜੇ ਸਟੈਪਸ ਨੇ ਜਿਹੜੇ ਉਹਨਾਂ ਨੇ ਨਹੀਂ ਚੱਕੇ, ਉਹਨਾਂ ਨੂੰ ਚੱਕਣੇ ਚਾਹੀਦੇ ਆ ਹਾਲੇ ਵੀ? ਦੇਖਿਏ ਸਰ, ਜਿਵੇਂ ਐਜ਼ ਅ ਟ੍ਰੇਡਰ ਮੈਨੂੰ ਦੋ ਤਕਲੀਫਾਂ ਨੇ ਇਸ ਟਾਈਮ। ਪਹਿਲੀ ਤਕਲੀਫ ਤਾਂ ਸਰ ਇਹ ਹੈਗੀ ਆ ਕਿ ਜਿਹੜਾ ਸਾਡੇ ਕੋਲ ਸਟਾਕ ਅੰਦਰ ਪਿਆ ਉਹਦੇ 'ਤੇ ਸਾਡਾ ਬੈਂਕ ਦਾ ਵਿਆਜ ਪੈ ਰਿਹਾ, ਉਹਦੇ ਬਾਰੇ ਸਰਕਾਰ ਨੇ ਕੋਈ ਗੱਲ ਨਹੀਂ ਕੀਤੀ। ਦੂਜੀ ਜਿਹੜੀ ਹੈਗੀ, ਜਿਹੜੇ ਆਪਾਂ ਰਿਟੇਲ ਸ਼ੋਰੂਮ ਨੇ ਉਹਨਾਂ ਦੇ ਜੋ ਰੈਂਟਲ ਸਾਨੂੰ ਪੈ ਰਹੇ ਨੇ ਉਹਨਾਂ ਬਾਰੇ ਵੀ ਕੋਈ ਸਰਕਾਰ ਨੇ ਗੱਲ ਨਹੀਂ ਕੀਤੀ ਕਿ ਕਮਰਸ਼ੀਅਲ ਰੈਂਟਲ ਦਾ ਕੀ ਕਿੱਦਾਂ ਮੈਨੇਜ ਕਰਨਾ ਉਹਨਾਂ ਨੂੰ, ਜਾਂ ਕੀ ਹੋਏਗਾ ਕੀ ਲੌਂਗ ਟਰਮ ਦੇ ਵਿੱਚ। ਉਹਦੇ ਵਿੱਚ ਸਾਨੂੰ ਕੀ ਹੈ ਕਿ ਸਾਨੂੰ ਹਰ ਮਹੀਨੇ ਕਾਫੀ ਨੁਕਸਾਨ ਉਠਾਉਣਾ ਪੈ ਰਿਹਾ। ਪਲੱਸ ਅਸੀਂ ਆਪਣੇ ਜਿਹੜੇ ਸੇਲਸਮੈਨ ਹੈਗੇ ਜਾਂ ਜਿਹੜੇ ਸਾਡੇ ਇੰਪਲੋਈਜ਼ ਹੈਗੇ ਨੇ ਉਹਨਾਂ ਦਾ ਵੀ ਖਿਆਲ ਰੱਖਣਾ। ਤਾਂ ਅਸੀਂ ਟ੍ਰੇਡ ਕਮਿਊਨਿਟੀ ਬਹੁਤ ਫਰੰਟਸ ਦੇ ਉੱਤੇ ਫਸ ਗਈ ਆ। ਉਹਨੂੰ ਸ਼ੋਰੂਮ ਦਾ ਰੈਂਟ ਵੀ ਦੇਣਾ, ਉਹਨੂੰ ਬੈਂਕ ਦਾ ਵਿਆਜ ਵੀ ਰੱਖਣਾ, ਉਹਨੂੰ ਮੁੰਡਿਆਂ ਦਾ ਖਿਆਲ ਵੀ ਰੱਖਣਾ, ਅਤੇ ਅਸੀਂ ਕਨਫਿਊਜ਼ਨ ਦੇ ਵਿੱਚ ਹੀ ਫਸ ਗਏ ਹਾਂ ਕਿ ਅਸੀਂ ਕਰਨਾ ਚਾਹੁੰਦੇ ਕੀ ਹਾਂ, ਅਤੇ ਹੱਥੋਂ ਅਸੀਂ ਕੀ ਕਰ ਪਾਵਾਂਗੇ ਕਿ ਇਹ ਜਿਹੜੀ ਟ੍ਰੇਡ ਕਮਿਊਨਿਟੀ ਹੈ ਕਿਤੇ ਇਹ ਕਲੈਸ਼ ਨਾ ਹੋ ਜਾਵੇ। ਕਿਉਂਕਿ ਆਫਟਰ ਆਲ ਟ੍ਰੇਡਰ ਕਮਿਊਨਿਟੀ ਸਭ ਤੋਂ ਜ਼ਿਆਦਾ ਹੈ ਜੀ। ਜੇ ਆਪਾਂ ਜਨਰਲ ਵੀ ਦੇਖੀਏ ਜਾਂ ਆਲ ਓਵਰ ਇੰਡੀਆ ਜਿੱਥੇ ਮਰਜ਼ੀ ਦੇਖ ਲਈਏ, ਟ੍ਰੇਡਰ ਕਮਿਊਨਿਟੀ ਸਭ ਤੋਂ ਜ਼ਿਆਦਾ ਹੈ, ਚਾਹੇ ਉਹ ਕਰਿਆਨੇ ਦਾ ਟ੍ਰੇਡਰ ਹੈ, ਚਾਹੇ ਉਹ ਇਲੈਕਟ੍ਰੋਨਿਕਸ ਦਾ ਹੈਗਾ, ਚਾਹੇ ਉਹ ਜਿਹੜੇ ਗੱਡੀਆਂ ਦੇ ਸ਼ੋਰੂਮ ਨੇ ਉਹਨਾਂ ਨੂੰ ਵੀ ਦੇਖ ਲਈਏ ਆਪਾਂ, ਉਹ ਵੀ ਟ੍ਰੇਡਰ ਹੀ ਨੇ। ਅਤੇ ਉਹਦਾ ਖਿਆਲ ਰੱਖਣ ਲਈ ਤਾਂ ਸਰਕਾਰ ਨੂੰ ਇਹ ਚਾਹੀਦਾ ਕਿ ਉਹਨਾਂ ਨੂੰ ਵੀ ਬੈਂਕ ਦੇ ਜਿਹੜੇ ਵਿਆਜ ਵਗੈਰਾ ਨੇ ਉਹਨਾਂ ਤੋਂ ਕੁਝ ਰਿਆਇਤ ਮਿਲੇ। ਜਿਹੜੇ ਸ਼ੋਰੂਮ ਦੇ ਰੈਂਟਲ ਹੈਗੇ ਆ ਉਹਦੇ ਬਾਰੇ ਕਿੱਦਾਂ ਹੈਂਡਲ ਕਰਨਾ, ਉਹਦੇ ਬਾਰੇ ਕੋਈ ਸਪੋਰਟ ਮਿਲੇ, ਸਟ੍ਰੈਟਜੀ ਨਵੀਂ ਚਾਹੀਦੀ ਆ ਤਾਂ ਕਿ ਨੁਕਸਾਨ ਨਾ ਹੋਵੇ। ਮਤਲਬ ਦੇਖੋ ਥੋੜ੍ਹਾ ਬਹੁਤਾ ਨੁਕਸਾਨ ਤਾਂ ਹੋਣਾ, ਪਰ ਉਹਨੂੰ ਕਿੱਦਾਂ ਮੈਨੇਜ ਕਰਨਾ ਇਹ ਚੀਜ਼ ਦੇਖਣ ਵਾਲੀ ਆ। ਹਾਂਜੀ। ਤੇ ਸਰ ਆਖਰੀ ਚੀਜ਼ ਇਹੀ ਹੈ ਵੀ ਸਰਕਾਰ ਰਿਬੇਟਸ ਦੇ ਤੌਰ ਦੇ ਉੱਤੇ ਕੀ ਦੇ ਸਕਦੀ ਹੈ ਜਿਹੜੀਆਂ ਹਾਲੇ ਤੱਕ ਨਹੀਂ ਰਿਬੇਟਸ ਆਈਆਂ ਕਿਸੇ ਨੂੰ ਵੀ? ਦੇਖੀਏ, ਰਿਬੇਟਸ ਦੇ ਨਾਂ 'ਤੇ ਨਾ ਅਸੀਂ ਇਹ ਚੀਜ਼ ਬਹੁਤ ਲੰਬੀ ਪੈ ਜਾਂਦੀ ਆ। ਆਪਾਂ ਇਹ ਗੱਲ ਕਰ ਸਕਦੇ ਹਾਂ ਕਿ ਸਰਕਾਰ ਨੂੰ ਸਪੋਰਟ ਕੀ ਦੇਣੀ ਚਾਹੀਦੀ ਆ। ਸਰਕਾਰ ਸਪੋਰਟਸ ਦੇ ਵਿੱਚ ਨਾ ਜਿਹੜੀ ਟ੍ਰੇਡਰ ਕਮਿਊਨਿਟੀ ਹੈਗੀ ਆ ਉਹਨੂੰ ਇਹੀ ਕਹਿ ਸਕਦੀ ਹੈ ਕਿ ਉਹਨੂੰ ਜੇ ਮੈਂ ਤੁਹਾਨੂੰ ਦੱਸਿਆ ਕਿ ਬੈਂਕ ਦਾ ਜਿਹੜਾ ਵਿਆਜ ਹੈਗਾ ਜਾਂ ਲੋਕਾਂ ਦੇ ਜਿਹੜੇ ਰੈਂਟਲ ਹੈਗੇ ਨੇ ਕਰਿਆਨੇ ਦੁਕਾਨਾਂ ਦੇ, ਕਿਉਂਕਿ ਅਸੀਂ ਕੰਮ ਹੀ ਨਹੀਂ ਕਰ ਪਾਵਾਂਗੇ ਤਾਂ ਅਸੀਂ ਰੈਂਟ ਦੇਵਾਂਗੇ ਕਿੱਦਾਂ ਜੀ। ਅਤੇ ਹੁਣ ਇੰਨੇ ਵੱਡੇ ਵੱਡੇ ਸ਼ੋਰੂਮ ਅਸੀਂ ਖੋਲ੍ਹੇ ਹੋਣੇ, ਸਾਨੂੰ ਬਿਜਲੀ ਦਾ ਬਿੱਲ ਪੈ ਰਿਹਾ ਅਤੇ ਬਿਜਲੀ ਦੇ ਬਿੱਲ ਵੀ ਸਪੋਰਟ ਚਾਹੀਦੀ ਹੋਏਗੀ। ਹਰ ਚੀਜ਼ ਨੂੰ ਲੈ ਕੇ ਸਰਕਾਰ ਨੂੰ ਚਾਹੀਦਾ ਕਿ ਟ੍ਰੇਡਰ ਕਮਿਊਨਿਟੀ ਨੂੰ ਸਪੋਰਟ ਦੇਵੇ ਤਾਂ ਕਿ ਇਹ ਖੜ੍ਹੇ ਰਹਿਣ, ਡਿੱਗ ਨਾ ਪੈਣ। ਸੋ ਤੁਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਜਸਕੀਰਤ ਸਿੰਘ ਜੀ ਨੇ ਇਹੀ ਗੱਲ ਕੀਤੀ ਹੈ ਕਿ ਟ੍ਰੇਡਰ ਕਮਿਊਨਿਟੀ ਜੋ ਕਿ ਇੰਡੀਆ ਦੇ ਵਿੱਚ ਇਸ ਵੇਲੇ ਸਭ ਤੋਂ ਜ਼ਿਆਦਾ ਹੈ, ਉਸ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਕਿਉਂਕਿ ਕੰਮਕਾਰ ਬਿਲਕੁਲ ਠੱਪ ਪਏ ਨੇ, ਪਰ ਸੈਲਰੀਜ਼ ਉਸੇ ਤਰੀਕੇ ਨਾਲ ਦੇਣੀਆਂ ਨੇ, ਬੈਂਕ ਦੀਆਂ EMIs ਉਸੇ ਤਰੀਕੇ ਨਾਲ ਜਾਣੀਆਂ ਅਤੇ ਰੈਂਟਲਸ ਉਸੇ ਤਰੀਕੇ ਦੇ ਨਾਲ ਜਾਣੇ ਨੇ। ਜਿਨ੍ਹਾਂ ਲੋਕਾਂ ਦੇ ਕੋਲ ਆਪਣੇ ਸ਼ੋਰੂਮਸ ਨਹੀਂ ਹੈਗੇ, ਆਪਣੀ ਪ੍ਰੋਪਰਟੀਜ਼ ਨਹੀਂ ਹੈਗੀਆਂ, ਉਹਨਾਂ ਦੇ ਰੈਂਟਸ ਰੈਗੂਲਰਲੀ ਜਾ ਰਹੇ ਨੇ। ਅਤੇ ਜਿਹੜੀ ਗਵਰਨਮੈਂਟ ਹੈ ਉਹਨਾਂ ਨੂੰ ਥੋੜ੍ਹੀ ਜਿਹੀ ਇਸ ਦੇ ਵਿੱਚ ਸਪੋਰਟਿਵ ਹੋ ਕੇ ਅੱਗੇ ਆ ਕੇ ਟ੍ਰੇਡਰਸ ਦੇ ਬਾਰੇ ਵੀ ਸੋਚਣਾ ਚਾਹੀਦਾ ਸੀਗਾ। ਹਾਲ ਹੀ ਦੇ ਵਿੱਚ ਜਿਹੜੇ ਰਿਲੀਫ ਫੰਡਸ ਅਨਾਊਂਸ ਕੀਤੇ ਗਏ ਨੇ। ਕੈਮਰਾਮੈਨ ਜਤਿਨ ਰਾਜਪੂਤ ਦੇ ਨਾਲ ਮਨਰਾਜਦੀਪ ਚੱਠਾ, ਜਲੰਧਰ ਤੋਂ।